डियर स्टूडेंट्स BA ਸਮੈਸਟਰ ਤੀਜਾ ਇਲੈਕਟਿਵ ਪੰਜਾਬੀ ਯੂਨਿਟ ਨੰਬਰ 3 ਦਾ ਬਹੁਤ ਇੰਪੋਰਟੈਂਟ ਪ੍ਰਸ਼ਨ ਜਿਹੜਾ ਕਿ ਛੋਟੇ ਕਨਸੈਪਟ ਛੋਟੇ ਸੰਕਲਪਾਂ ਨਾਲ ਸੰਬੰਧਿਤ ਆ ਜਿਸ ਦੇ ਵਿੱਚ ਅਸੀਂ ਸਾਹਿਤ ਦੀਆਂ ਉਹਨਾਂ ਸਾਰੇ ਤੱਤਾਂ ਦੀ ਗੱਲ ਕਰਨੀ ਆ ਜਿਹੜੇ ਤੱਤ ਸਾਡੇ ਕਵਿਤਾ ਕਹਾਣੀ ਜਾਂ ਨਾਟਕ ਦੇ ਵਿੱਚ ਜ਼ਰੂਰੀ ਆ। ਤੇ ਮੈਂ ਗੱਲ ਕਰਨ ਲੱਗੀ ਆ ਪਾਤਰ ਚਿੱਤਰਨ ਦੀ। ਪਾਤਰ ਚਿੱਤਰਨ ਜਿਹੜਾ ਹੈ ਉਹ ਕਿਸੇ ਵੀ ਸਾਹਿਤ ਰਚਨਾ ਦਾ ਮੁੱਖ ਹਿੱਸਾ ਆ। ਪਾਤਰ ਚਿੱਤਰਨ ਤੋਂ ਭਾਵ ਆ ਕਿਸੇ ਵੀ ਗਲਪਕ ਰਚਨਾ ਦੇ ਵਿੱਚ ਕਲਪਨਾ ਸ਼ਕਤੀ ਨਾਲ ਉਸਾਰੇ ਗਏ ਪਾਤਰ ਜਿਨ੍ਹਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਆਪਣੇ ਜਿਹੜੇ ਭਾਵ ਆ ਉਹ ਪ੍ਰਗਟ ਕਰ ਸਕਦੇ ਹਾਂ। ਔਰ ਲੇਖਕ ਜਿਹੜਾ ਖਾਸ ਕਰਕੇ ਉਹ ਅਜਿਹੇ ਹੱਡ ਮਾਸ ਦੇ ਪੁਤਲਿਆਂ ਦੀ ਉਸਾਰੀ ਕਰਦਾ ਆ ਜਿਹੜੇ ਹੱਡ ਮਾਸ ਦੇ ਪੁਤਲੇ ਉਹਦੀ ਕਲਪਨਾ 'ਚ ਨੇ ਔਰ ਉਹਨਾਂ ਦੇ ਜ਼ਰੀਏ ਉਹ ਆਪਣੀ ਕੋਈ ਗੱਲ ਜਿਹੜੀ ਆ ਸਮਾਜ ਤੱਕ ਪਹੁੰਚਾਉਂਦਾ ਹੈ। ਔਰ ਪਾਤਰ ਜਿਹੜੇ ਆ ਸਮਾਜ ਦੇ ਵਿੱਚੋਂ ਲਏ ਗਏ ਉਹ ਕਲਪਤ ਚਿਹਰੇ ਨੇ ਜਿਹੜੇ ਲੇਖਕ ਦੀ ਕਲਪਨਾ 'ਚ ਨੇ, ਲੇਖਕ ਨੇ ਸਮਾਜ 'ਚ ਵੇਖੇ ਸੀ ਅਤੇ ਉਹਨਾਂ ਦੀ ਉਸਾਰੀ ਕਿਸੇ ਨਾ ਕਿਸੇ ਢੰਗ ਨਾਲ ਆਪਣੀ ਕਥਾ ਨਾਲ ਸੰਬੰਧਿਤ ਕਰਕੇ ਉਹ ਪੇਸ਼ ਕਰਦਾ ਆ। ਤਾਂ ਮੈਂ ਜੇ ਇਹਦੀ ਪਰਿਭਾਸ਼ਾ ਪੜ੍ਹਾਂ ਤਾਂ ਪਾਤਰ ਕਿਸੇ ਵੀ ਗਲਪ ਰਚਨਾ ਅਤੇ ਨਾਟਕ ਰਚਨਾ ਦਾ ਮਹੱਤਵਪੂਰਨ ਹਿੱਸਾ ਹੁੰਦੇ ਆ। ਲੇਖਕ ਜਦੋਂ ਕੋਈ ਵਿਸ਼ਾ ਚੁਣਦਾ ਹੈ ਤਾਂ ਨਾਲ ਹੀ ਉਸ ਵਿਸ਼ੇ ਨੂੰ ਨਿਭਾਉਣ ਲਈ ਉਹ ਕੁਝ ਕਲਪਿਤ ਮਨੁੱਖਤਾ ਦੀ ਉਸਾਰੀ ਕਰਦਾ ਹੈ ਅਤੇ ਉਹਨਾਂ ਕਲਪਿਤ ਮਨੁੱਖਾਂ ਨੂੰ ਹੀ ਅਸੀਂ ਪਾਤਰ ਕਹਿ ਸਕਦੇ ਹਾਂ। ਔਰ ਉਹਨਾਂ ਦੀ ਪਾਤਰ ਚਿੱਤਰਨ ਦੇ ਵਿੱਚ ਲੇਖਕ ਧਿਆਨ ਰੱਖਦਾ ਕਿ ਉਹ ਮਨੁੱਖ ਹੂ ਬਹੂ ਅਸਲੀ ਲੋਕਾਂ ਵਾਂਗ ਲੱਗਣ। ਤਾਂ ਉਹ ਉਹਨਾਂ ਦੀਆਂ ਰੁਚੀਆਂ ਗਲਤੀਆਂ ਭੁਲੇਖੇ ਮਾਨਸਿਕ ਗੁੰਝਲਾਂ ਇਸ ਢੰਗ ਨਾਲ ਚਿੱਤਰਿਤ ਕਰਦਾ ਆ ਕਿ ਪਾਤਰ ਸਾਨੂੰ ਸੁਭਾਵਕ ਅਤੇ ਜੀਵੰਤ ਜਾਪਦੇ ਹਨ। ਘੜੇ ਘੜਾਏ ਪਾਤਰ ਸਾਹਿਤ ਰਚਨਾ ਦੀ ਸਫਲਤਾ ਨੂੰ ਖਤਮ ਕਰ ਦਿੰਦੇ ਹਨ। ਇਸ ਲਈ ਪਾਤਰਾਂ ਦਾ ਸੁਭਾਵਿਕ ਵਿਕਾਸ ਹੋਣਾ ਜ਼ਰੂਰੀ ਹੈ। ਅੰਗਰੇਜ਼ੀ ਆਲੋਚਕ ਹਡਸਨ ਦੇ ਅਨੁਸਾਰ ਪਾਤਰ ਚਿੱਤਰਨ ਕਿਸੇ ਵੀ ਸਾਹਿਤਕ ਰਚਨਾ ਦਾ ਮੂਲ ਤੱਤ ਹੈ। ਇਸ ਰਾਹੀਂ ਸਮਾਜਿਕ ਸਮੱਸਿਆ ਨੂੰ ਪੇਸ਼ ਕਰਨਾ ਸੌਖਾ ਹੋ ਜਾਂਦਾ ਹੈ। ਚੰਗਿਆਈ ਅਤੇ ਬੁਰਾਈ 'ਚ ਫਰਕ ਦੱਸਣ ਲਈ ਚੰਗੇ ਮਾੜੇ ਪਾਤਰਾਂ ਦੀ ਕਲਪਨਾ ਕੀਤੀ ਜਾਂਦੀ ਹੈ ਕਿਉਂਕਿ ਸਮਾਜ ਵਿੱਚ ਵੀ ਸਾਰੇ ਲੋਕ ਜਿਸ ਤਰ੍ਹਾਂ ਇੱਕੋ ਜਿਹੇ ਨਹੀਂ ਆ ਉਸੇ ਤਰ੍ਹਾਂ ਲੇਖਕ ਦੀਆਂ ਰਚਨਾਵਾਂ ਵਿੱਚ ਵੀ ਹਰ ਵਿਅਕਤੀ ਇੱਕੋ ਜਿਹਾ ਨਹੀਂ ਆ। ਉਹ ਆਪਣੀ ਲੋੜਾਂ ਮੁਤਾਬਕ ਪਾਤਰਾਂ ਦੀ ਸਿਰਜਣਾ ਕਰਦਾ ਹੈ। ਪਾਤਰ ਉਸਾਰੀ ਕਰਨ ਵੇਲੇ ਲੇਖਕ ਸਭ ਤੋਂ ਪਹਿਲਾਂ ਪਾਤਰਾਂ ਦੀ ਗਿਣਤੀ ਨਿਸ਼ਚਿਤ ਕਰਦਾ ਆ। ਉਹਨੇ ਕਿੰਨੀ ਉਹਦੀ ਕਹਾਣੀ ਦੀ ਮੰਗ ਕੀ ਆ। ਉਹਦਾ ਇਕਾਂਗੀ ਹੈ ਅਤੇ ਘੱਟ ਪਾਤਰ ਹੋਣਗੇ, ਕਹਾਣੀ ਹੈ ਅਤੇ ਘੱਟ ਪਾਤਰ ਹੋਣਗੇ। ਪਰ ਜੇ ਨਾਵਲ ਆ ਜਾਂ ਨਾਟਕ ਹੈ ਤਾਂ ਪਾਤਰਾਂ ਦੀ ਗਿਣਤੀ ਵਧੇਰੇ ਹੋ ਸਕਦੀ ਆ। ਤਾਂ ਇੱਕ ਗੱਲ ਲੇਖਕ ਧਿਆਨ 'ਚ ਰੱਖਦਾ ਆ ਕਿ ਪਾਤਰਾਂ ਦੀ ਜਿਹੜੀ ਆ ਜਦੋਂ ਉਹਨੇ ਪਾਤਰਾਂ ਦੀ ਉਸਾਰੀ ਕੀਤੀ ਆ ਜਾਂ ਪਾਤਰਾਂ ਨੂੰ ਕਲਪਿਤ ਕੀਤਾ ਆ ਤਾਂ ਉਹਨੇ ਪਾਤਰਾਂ ਦੀ ਭੀੜ ਨਹੀਂ ਪਾਉਣੀ, ਰਸ਼ ਨਹੀਂ ਪਾਉਣਾ ਪਾਤਰਾਂ ਦਾ। ਉਸਨੇ ਥੋੜ੍ਹੇ ਹਰ ਤਰ੍ਹਾਂ ਨਾਲ ਇੱਕੋ ਵੇਲੇ ਕਿੰਨੇ ਸਾਰੇ ਪਾਤਰ ਜੇ ਮੰਚ 'ਤੇ ਆਉਣਗੇ ਜਾਂ ਕਹਾਣੀ ਦੇ ਪਲਾਟ ਵਿੱਚ ਆਉਣਗੇ ਤਾਂ ਉਹਦੇ ਨਾਲ ਕੀ ਹੋਏਗਾ ਕਿ ਪਾਠਕਾਂ ਵਾਸਤੇ ਇਹ ਸਮਝਣ ਦੇ ਵਿੱਚ ਬੜੀ ਅਸੁਭਾਵਿਕਤਾ ਹੋਏਗੀ ਕਿ ਕਿਹੜੇ ਪਾਤਰ ਦਾ ਕਿਸ ਨਾਲ ਕੀ ਰਿਸ਼ਤਾ ਆ। ਇਸ ਲਈ ਕਹਾਣੀਕਾਰ ਇਕਾਂਗੀਕਾਰ ਨਾਟਕਕਾਰ ਇਹ ਸੋਚਦਾ ਆ ਕਲਪਨਾ ਕਰਦਾ ਕਿ ਪਾਤਰਾਂ ਦੀ ਗਿਣਤੀ ਬੜੀ ਸੀਮਤ ਹੋਵੇ। ਪਾਤਰ ਉਸਾਰੀ ਕਰਨ ਵੇਲੇ ਲੇਖਕ ਸਭ ਤੋਂ ਪਹਿਲਾਂ ਪਾਤਰਾਂ ਦੀ ਗਿਣਤੀ ਨਿਸ਼ਚਿਤ ਕਰਦਾ ਆ ਅਤੇ ਫਿਰ ਉਹ ਪਾਤਰਾਂ ਨੂੰ ਕੰਮ ਸੌਂਪਦਾ ਆ ਜਿਹੜੇ ਉਹਨਾਂ ਨੇ ਕਹਾਣੀ ਜਾਂ ਨਾਟਕ ਦੇ ਅੰਦਰ ਕਰਨੇ ਆ। ਤਾਂ ਮੁੱਖ ਪਾਤਰ ਜਿਹੜਾ ਹੈ ਉਹ ਇਤਿਹਾਸਕ ਜਾਂ ਕਲਪਿਤ ਵਿਅਕਤੀ ਹੋ ਸਕਦਾ ਹੈ। ਮੰਨ ਲਓ ਪਾਤਰਾਂ ਦੀ ਜੇ ਅਸੀਂ ਕੈਟੇਗਰਾਈਜ਼ ਕਰੀਏ ਤਾਂ ਸਭ ਤੋਂ ਵੱਡੀ ਪਹਿਲਾ ਪਾਤਰ ਜਿਹੜਾ ਸਾਨੂੰ ਲੱਗਦਾ ਉਹ ਮੁੱਖ ਪਾਤਰ ਆ। ਮੁੱਖ ਪਾਤਰ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜਾ ਕਿਸੇ ਵੀ ਰਚਨਾ ਦੇ ਵਿੱਚ ਨਾਇਕ ਆ ਜਾਂ ਨਾਇਕਾ ਹੈ ਉਹ ਮੁੱਖ ਪਾਤਰ ਦੇ ਤੌਰ 'ਤੇ ਆਉਣਗੇ। ਨੰਬਰ 2 'ਤੇ ਆ ਸਕਦੇ ਸਹਾਇਕ ਪਾਤਰ। ਮੁੱਖ ਪਾਤਰ ਤੋਂ ਬਾਅਦ ਅਗਲਾ ਜਿਹੜੀ ਸ਼੍ਰੇਣੀ ਆ ਉਹ ਸਹਾਇਕ ਪਾਤਰਾਂ ਦੀ ਆ। ਸਹਾਇਕ ਪਾਤਰ ਉਹ ਹੋਣਗੇ ਜਿਹੜੇ ਕਿਸੇ ਵੀ ਰਚਨਾ ਦੇ ਵਿੱਚ ਨਾਟਕਕਾਰ ਨਾਵਲਕਾਰ ਜਾਂ ਜਿਸ ਵੀ ਵਿਅਕਤੀ ਨੇ ਕੋਈ ਰਚਨਾ ਕੀਤੀ ਆ ਉਹਦੇ ਵਿੱਚ ਕਹਾਣੀ ਦੇ ਵਿੱਚ ਕਿਸੇ ਮੁੱਖ ਪਾਤਰ ਦੀ ਸਹਾਇਤਾ ਕਰਨ। ਇਹ ਸਹਾਇਤਾ ਉਹਨਾਂ ਦੀ ਇੱਕ ਕਾਰਜ ਦੇ ਰੂਪ ਕੋਈ ਕੰਮ ਕਰਕੇ ਵੀ ਹੋ ਸਕਦੀ ਹੈ। ਇਹ ਸਹਾਇਤਾ ਉਹਨਾਂ ਦੀ ਹੌਸਲਾ ਦਿਲਾਸਾ ਦੇਣ ਨਾਲ ਸੰਬੰਧਿਤ ਵੀ ਹੋ ਸਕਦੀ ਹੈ। ਅਗਲਾ ਹੈਗਾ ਵਿਰੋਧੀ ਪਾਤਰ। ਵਿਰੋਧੀ ਪਾਤਰ ਉਹ ਪਾਤਰ ਨੇ ਜਿਹੜੇ ਕਿਸੇ ਘਟਨਾ ਨੂੰ ਦੇ ਵਿੱਚ ਕੋਈ ਵਿਰੋਧ ਦੀ ਉਸਾਰੀ ਕਰਦੇ ਆ, ਚਾਹੇ ਉਹ ਨਾਇਕ ਨਾਲ ਸਿੱਧੇ ਤੌਰ 'ਤੇ ਵਿਰੋਧ ਕਰਦੇ ਆ, ਚਾਹੇ ਸਥਿਤੀਆਂ ਇੱਦਾਂ ਦੀਆਂ ਬਣ ਜਾਂਦੀਆਂ ਨੇ ਕਿ ਵਿਰੋਧੀ ਪਾਤਰ ਉਹ ਸਥਿਤੀਆਂ ਦੀ ਉਪਜ ਹੁੰਦੇ ਆ। ਇਸ ਲਈ ਵਿਰੋਧੀ ਪਾਤਰ ਜ਼ਰੂਰੀ ਨੇ ਕਿਉਂਕਿ ਇਹਦੇ ਨਾਲ ਕਹਾਣੀ ਅੱਗੇ ਚੱਲਦੀ ਆ। ਸਮੂਹਿਕ ਪਾਤਰ ਜਿਹੜੇ ਪਾਤਰ ਗਰੁੱਪ 'ਚ ਆਉਂਦੇ ਆ, ਸਮੂਹ 'ਚ ਆਉਂਦੇ ਆ, ਫੈਕਟਰੀ ਦੇ ਮਜ਼ਦੂਰ ਆ ਜਾਂ ਸਕੂਲ ਦੇ ਵਿਦਿਆਰਥੀ ਆ ਜਾਂ ਕੋਈ ਵੀ ਗਰੁੱਪ ਜਿਹੜਾ ਹੈਗਾ ਜਿਹੜਾ ਥੋੜ੍ਹਾ ਜਿਹਾ ਕਿਸੇ ਕਹਾਣੀ ਰਚਨਾ ਦੀ ਮੰਗ ਦੇ ਅਨੁਸਾਰ ਹੈ ਉਸ ਨੂੰ ਸਮੂਹਿਕ ਪਾਤਰ ਕਹਿ ਸਕਦੇ ਹਾਂ। ਤਾਂ ਜਦੋਂ ਇਹ ਸਾਰੇ ਪਾਤਰਾਂ ਦੀ ਲੇਖਕ ਨੇ ਚੋਣ ਕਰ ਲਈ ਤਾਂ ਅਗਲੀ ਉਹਦੀ ਚੁਣੌਤੀ ਆ ਕਿ ਉਸਨੇ ਇਹਨਾਂ ਪਾਤਰਾਂ ਨੂੰ
ਕਿਸ ਤਰ੍ਹਾਂ ਨਾਲ ਇਹਦੀ ਉਸਾਰੀ ਕਰਨੀ ਹੈ। ਪਾਤਰ ਉਸਾਰੀ ਵੇਲੇ ਲੇਖਕ ਇਹ ਵੇਖਦਾ ਆ, ਪਹਿਲੀ ਗੱਲ ਤਾਂ ਇੱਕ ਪਾਤਰ ਦੁਆਰਾ ਦੂਜੇ ਪਾਤਰ ਦੀ ਪਾਤਰ ਉਸਾਰੀ, ਦੂਜਾ ਲੇਖਕ ਦੁਆਰਾ ਪਾਤਰ ਦੀ ਪਾਤਰ ਉਸਾਰੀ, ਤੀਜਾ ਘਟਨਾ ਜਾਂ ਕਾਰਜ ਦੁਆਰਾ ਪਾਤਰ ਉਸਾਰੀ, ਚੌਥਾ ਵਾਰਤਾਲਾਪ ਦੁਆਰਾ ਪਾਤਰ ਉਸਾਰੀ। ਜੇ ਅਸੀਂ ਪਹਿਲੀ ਗੱਲ ਕਰੀਏ ਤਾਂ ਇੱਕ ਪਾਤਰ ਦੂਜੇ ਪਾਤਰ ਦੀ ਪਾਤਰ ਉਸਾਰੀ ਕਰਦਾ ਹੈ। ਜਿਸ ਤਰ੍ਹਾਂ ਅਸੀਂ ਸਮਾਜ ਵਿੱਚ ਵੀ ਇੱਕ ਵਿਅਕਤੀ ਬਾਰੇ ਜੇ ਦੋ ਵਿਅਕਤੀ ਗੱਲਾਂ ਕਰ ਰਹੇ ਆ ਤਾਂ ਕੁਦਰਤੀ ਤੌਰ 'ਤੇ ਤੀਜੇ ਵਿਅਕਤੀ ਦੀ ਜਾਣਕਾਰੀ ਸਾਨੂੰ ਮਿਲ ਰਹੀ ਹੈ। ਇਸੇ ਪ੍ਰਕਾਰ ਲੇਖਕ ਜਦੋਂ ਪਾਤਰ ਉਸਾਰੀ ਇੱਕ ਪਾਤਰ ਦੇ ਦੋ ਪਾਤਰਾਂ ਦੀ ਆਪਸੀ ਗੱਲਬਾਤ ਰਾਹੀਂ ਵੀ ਕਰਵਾ ਸਕਦਾ ਹੈ, ਅਤੇ ਲੇਖਕ ਆਪਣੇ ਵੱਲੋਂ ਵੀ ਪਾਤਰ ਉਸਾਰੀ ਕਰ ਸਕਦਾ ਹੈ, ਜਿਹਦੇ ਵਿੱਚ ਸਰੀਰਕ ਦਿੱਖ ਦੱਸੇਗਾ, ਉਸ ਦਾ ਮਾਨਸਿਕ ਸੋਚਣ ਕਿਵੇਂ, ਸੋਚਣ ਸ਼ਕਤੀ ਕਿਸ ਤਰ੍ਹਾਂ ਦੀ ਹੈ ਪਾਤਰ ਦੀ, ਉਹਦੇ ਕਾਰਜ ਕਿਵੇਂ ਦੇ ਆ। ਘਟਨਾ ਜਾਂ ਕਾਰਜ ਦੁਆਰਾ ਮਤਲਬ ਪਾਤਰ ਦੁਆਰਾ ਕੀਤੇ ਗਏ ਜਿਹੜੇ ਕੰਮ ਆ ਉਹਨਾਂ ਨੂੰ ਵੀ ਆਪਾਂ ਪਾਤਰ ਉਸਾਰੀ 'ਚ ਲਿਆ ਸਕਦੇ ਹਾਂ ਕਿ ਪਾਤਰ ਦੁਆਰਾ ਕੀਤੇ ਗਏ ਕੰਮਾਂ ਦੇ ਆਧਾਰ 'ਤੇ ਪਾਤਰ ਉਸਾਰੀ ਹੋ ਸਕਦੀ ਆ। ਅਤੇ ਵਾਰਤਾਲਾਪ ਦੁਆਰਾ ਪਾਤਰ ਉਸਾਰੀ ਕਿ ਡਾਇਲਾਗ ਜਿਹੜੇ ਪਾਤਰ ਬੋਲ ਰਹੇ ਆ ਉਹਨਾਂ ਦੇ ਡਾਇਲਾਗ ਤੋਂ ਵੀ ਅਸੀਂ ਉਹਨਾਂ ਦੀ ਸ਼ਖਸੀਅਤ ਦਾ ਅਨੁਮਾਨ ਲਾ ਸਕਦੇ ਹਾਂ। ਇਸ ਪ੍ਰਕਾਰ ਇਹ 4 ਵਿਧੀਆਂ ਤੋਂ ਲੇਖਕ ਕੰਮ ਲੈਂਦਾ ਪਾਤਰ ਉਸਾਰੀ ਦਾ। ਅਗਲਾ ਪ੍ਰਸ਼ਨ ਫਿਰ ਮਨ 'ਚ ਪੈਦਾ ਹੁੰਦਾ ਕਿ ਪਾਤਰਾਂ ਦਾ ਪਹਿਰਾਵਾ, ਉਹਨਾਂ ਦੀ ਬੋਲ ਚਾਲ ਕਿਸ ਤਰ੍ਹਾਂ ਦੀ ਹੋਵੇ। ਪਾਤਰਾਂ ਦਾ ਪਹਿਰਾਵਾ, ਬੋਲ ਚਾਲ ਬੜੀ ਸੁਭਾਵਿਕ ਹੋਣੀ ਚਾਹੀਦੀ ਹੈ। ਕਿਸੇ ਪਾਤਰ ਨੂੰ ਜਦੋਂ ਨਾਇਕ ਜਾਂ ਮੁੱਖ ਪਾਤਰ ਬਣਾਇਆ ਜਾਂਦਾ ਹੈ ਤਾਂ ਉਸ ਨੂੰ ਇੱਕ ਆਦਰਸ਼ਕ ਵਿਅਕਤੀ ਵਜੋਂ ਚਿਤਰਿਆ ਜਾਂਦਾ ਹੈ। ਇਹ ਧਿਆਨ ਰੱਖਿਆ ਜਾਂਦਾ ਕਿ ਉਹ ਵਿਅਕਤੀ ਸਾਰਿਆਂ ਦੇ ਲਈ ਕੋਈ ਮਾਰਗਦਰਸ਼ਕ ਬਣੇ, ਜਿਸ ਵਰਗਾ ਸਾਰਿਆਂ ਨੂੰ ਬਣਨਾ ਚਾਹੀਦਾ ਹੈ। ਮੁੱਖ ਪਾਤਰ ਕਿਸੇ ਰਚਨਾ ਦੇ ਆਦਿ ਤੋਂ ਅੰਤ ਤੱਕ ਹਾਜ਼ਰ ਰਹਿੰਦਾ ਹੈ। ਮੁੱਖ ਪਾਤਰ ਵਿੱਚ ਨਿਮਰਤਾ, ਸੁੰਦਰਤਾ, ਲੋਕਪ੍ਰਿਯਤਾ, ਨਿਪੁੰਨਤਾ, ਤਿਆਗ, ਕਲਾ, ਹੌਸਲਾ ਅਤੇ ਗਿਆਨ ਆਦਿ ਦੇ ਗੁਣ ਹੋਣੇ ਚਾਹੀਦੇ ਹਨ। ਸਹਾਇਕ ਪਾਤਰ ਮੁੱਖ ਪਾਤਰ ਦੇ ਨਾਲ ਰਹਿਣ ਵਾਲਾ, ਸਹਾਇਤਾ ਕਰਨ ਵਾਲਾ ਹੋਣਾ ਚਾਹੀਦਾ ਹੈ। ਮੁੱਖ ਪਾਤਰ ਦੇ ਆਚਰਣ ਜਾਂ ਚਰਿੱਤਰ ਨਾਲ ਨੇੜੇ ਦਾ ਸੰਬੰਧ ਰੱਖਣ ਵਾਲੀ ਇਸਤਰੀ ਨੂੰ ਨਾਇਕਾ ਕਿਹਾ ਜਾਂਦਾ ਹੈ। ਵਿਰੋਧੀ ਪਾਤਰ ਦਾ ਸਰੀਰਕ ਅਤੇ ਮਾਨਸਿਕ ਵਰਣਨ ਅਜਿਹਾ ਕੀਤਾ ਜਾਂਦਾ ਹੈ ਜੋ ਨਾਇਕ ਦੀਆਂ ਪ੍ਰਤੀਕੂਲ ਹਾਲਤਾਂ ਪੈਦਾ ਕਰਦਾ ਹੋਵੇ। ਸਮੂਹਿਕ ਪਾਤਰਾਂ ਦੀ ਉਸਾਰੀ ਸਮੇਂ ਉਹਨਾਂ ਦੇ ਨਾਮ ਨਹੀਂ ਲਏ ਜਾਂਦੇ, ਸਗੋਂ ਉਹਨਾਂ ਦੀ ਸਮੂਹਿਕ ਜਾਣਕਾਰੀ ਦਿੱਤੀ ਜਾਂਦੀ ਹੈ। ਜਿਵੇਂ ਮੈਂ ਪਹਿਲਾਂ ਵੀ ਕਿਹਾ, ਉਹ ਫੈਕਟਰੀ ਦੇ ਮਜ਼ਦੂਰ ਹੋ ਸਕਦੇ ਆ, ਕਿਸੇ ਸੰਸਥਾ ਦੇ ਵਿਦਿਆਰਥੀ ਹੋ ਸਕਦੇ ਆ, ਕਿਸੇ ਵੀ ਰੂਪ 'ਚੋਂ ਸਮੂਹ ਵਿੱਚ ਆ ਸਕਦੇ ਆ। ਕੁਝ ਆਲੋਚਕਾਂ ਨੇ ਪਾਤਰ 2 ਤਰ੍ਹਾਂ ਦੇ ਮੰਨੇ ਆ, ਜਿਵੇਂ ਗੋਲ ਪਾਤਰ ਅਤੇ ਚਪਟੇ ਪਾਤਰ। ਉਹ ਪਾਤਰ ਜਿਹੜੇ ਸਥਿਤੀਆਂ ਦੇ ਅਨੁਸਾਰ ਬਦਲ ਸਕਦੇ ਹਨ, ਉਹ ਗੋਲ ਪਾਤਰ, ਅਤੇ ਜਿਹੜੇ ਪਾਤਰ ਆਪਣੇ ਅਸੂਲਾਂ ਅਤੇ ਸਿਧਾਂਤਾਂ 'ਤੇ ਕਾਇਮ ਰਹਿੰਦੇ ਅਤੇ ਸੰਘਰਸ਼ਸ਼ੀਲ ਹੁੰਦੇ ਆ, ਉਹ ਚਪਟੇ ਪਾਤਰ ਹੈ। ਮਤਲਬ ਉਹਨਾਂ ਨੂੰ ਅਸੀਂ ਥੋੜ੍ਹੀ ਕੀਤਿਆਂ ਬਦਲ ਨਹੀਂ ਸਕਦੇ, ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੀ ਜਿਹੜੀ ਸੋਚਣ ਸ਼ਕਤੀ ਨੂੰ, ਤਾਂ ਇਹ ਚਪਟੇ ਪਾਤਰ ਹੈ। ਚਪਟੇ ਪਾਤਰ ਮੋਸਟਲੀ ਸਾਡੇ ਜਿਹੜੇ ਨਾਇਕ ਹੁੰਦੇ ਆ, ਅਤੇ ਗੋਲ ਪਾਤਰ ਜਿਹੜੇ ਆ ਮੋਸਟਲੀ ਜਿਹੜੇ ਵਿਰੋਧੀ ਪਾਤਰ ਜਾਂ ਕੋਈ ਖਲਨਾਇਕ ਜਿਹੜੇ ਕਿਸੇ ਕਹਾਣੀ 'ਚ ਉਹ ਹੋ ਸਕਦੇ ਆ। ਉਸ ਤੋਂ ਬਾਅਦ ਅਗਲੀ ਜਿਹੜੀ ਇੰਪੋਰਟੈਂਟ ਗੱਲ ਹੈ ਕਿ ਪਾਤਰ ਉਸਾਰੀ ਕਰਦੇ ਸਮੇਂ ਘਟਨਾਵਾਂ ਨੂੰ ਪਾਤਰਾਂ 'ਤੇ ਥੋਪਿਆ ਨਹੀਂ ਜਾਣਾ ਚਾਹੀਦਾ। ਮੰਨ ਲਓ ਮੈਂ ਘਟਨਾ ਜਿਹੜੀ ਆ ਉਹ ਪਾਤਰ ਕਰਕੇ ਹੀ ਕ੍ਰੀਏਟ ਕੀਤੀ, ਇੱਦਾਂ ਨਹੀਂ ਹੈ। ਮਤਲਬ ਲੱਗੇ ਨਾ ਕਿ ਅਸੁਭਾਵਿਕ ਨਾ ਲੱਗੇ, ਸਗੋਂ ਪਾਤਰਾਂ ਦੀ ਸੁਤੰਤਰ ਹੋਂਦ ਰਹਿਣੀ ਚਾਹੀਦੀ ਹੈ। ਘਟਨਾਵਾਂ ਪਾਤਰਾਂ ਨੂੰ ਵਿਸ਼ੇਸ਼ ਦਿਸ਼ਾ ਵੱਲ ਵਧਣ ਦੀ ਪ੍ਰੇਰਨਾ ਦੇਣ ਵਾਲੀਆਂ ਹੋਣ। ਇਹੋ ਜਿਹੀਆਂ ਘਟਨਾਵਾਂ ਹੋਣ ਜਿਹੜੀਆਂ ਪਾਤਰਾਂ ਨੂੰ ਕੋਈ ਸਹੀ ਰਸਤਾ ਜਿਹੜਾ ਆ ਦਿਖਾ ਸਕਦੀਆਂ, ਔਰ ਪਾਤਰਾਂ ਦੇ ਜ਼ਰੀਏ ਸਰੋਤਿਆਂ ਨੂੰ ਦਿਖਾ ਸਕਦੀਆਂ ਹੋਣ, ਦਰਸ਼ਕਾਂ ਨੂੰ ਦਿਖਾ ਸਕਦੀਆਂ ਜਾਂ ਫਿਰ ਸਾਡੇ ਪਾਠਕਾਂ ਨੂੰ ਦਿਖਾ ਸਕਦੀਆਂ। ਕਈ ਵਾਰ ਮਾਮੂਲੀ ਜਿਹੀ ਘਟਨਾ ਹੀ ਪਾਤਰ ਦੀ ਜੀਵਨ ਧਾਰਾ ਨੂੰ ਬਦਲ ਦਿੰਦੀ ਹੈ। ਇਹ ਅਸੀਂ ਦੇਖਦੇ ਹਾਂ, ਪਵਿੱਤਰ ਪਾਪੀ ਨਾਵਲ ਹੈ, ਉਹਦੇ 'ਚ ਦੇਖੋ ਇੱਕ ਛੋਟੀ ਜਿਹੀ ਘਟਨਾ ਨੇ ਹੀ ਪੂਰੇ ਸਮੁੱਚੇ ਨਾਵਲ ਦੀ ਉਸ ਪਾਤਰ ਦੀ ਜਿਹੜੀ ਸਾਰੀ ਆ ਉਹਨੂੰ ਕਿੱਦਾਂ ਤਬਦੀਲ ਕਰਤਾ। ਇਸ ਪ੍ਰਕਾਰ ਨਾਟਕਕਾਰ, ਨਾਵਲਕਾਰ, ਕਹਾਣੀਕਾਰ ਜਾਂ ਫਿਰ ਜਿਹੜਾ ਨਾਵਲਕਾਰ ਆ, ਇਕਾਂਗੀਕਾਰ, ਇਹ ਸਾਰੇ ਹੀ ਇਸ ਗੱਲ ਦਾ ਧਿਆਨ ਰੱਖਦੇ ਆ ਕਿ ਜਦੋਂ ਉਹਨਾਂ ਨੇ ਪਾਤਰ ਉਸਾਰੀ ਕਰਨੀ ਆ, ਉਹ ਪਾਤਰ ਸਾਡੀ ਆਮ ਦਿਖਦੀ ਦੁਨੀਆ ਦਾ ਹਿੱਸਾ ਲੱਗੇ, ਨਾ ਕਿ ਉਹ ਦੇਵੀ ਦੇਵਤਾ, ਕਲਪਨਾ ਸ਼ਕਤੀ। ਇੰਨੀ ਵੀ ਕਲਪਨਾ ਸ਼ਕਤੀ ਤੋਂ ਕੰਮ ਨਹੀਂ ਲੈਣਾ ਕਿ ਉਹ ਪਾਤਰ ਦੁਨੀਆ ਦੇ ਨਾ ਲੱਗਣ, ਦੁਨਿਆਵੀ ਲੱਗਣ, ਲੇਕਿਨ ਉਹਨਾਂ ਦੇ ਯਥਾਰਥਕ ਉਹਨਾਂ 'ਤੇ ਕੰਮ ਲੱਗਣ, ਅਤੇ ਲੋੜ ਪੈਣ 'ਤੇ ਉਹਨਾਂ ਵਿੱਚ ਜੋ ਤਬਦੀਲੀ ਆ, ਉਹ ਲੇਖਕ ਕੋਲ ਇੱਕ ਕਲਾ ਹੁੰਦੀ ਹੈ ਕਿ ਉਹ ਪਾਤਰਾਂ ਦੀ ਉਸਾਰੀ ਵੇਲੇ ਉਹ ਪੱਖ ਦਿਖਾਉਣਾ ਚਾਹੁੰਦਾ ਹੈ ਜੋ ਸਮਾਜ ਨੂੰ ਜਿਸ ਤਰ੍ਹਾਂ ਦਾ ਬਣਦਾ ਦੇਖਣਾ ਚਾਹੁੰਦਾ ਹੈ। ਰਤਨ ਸਿੰਘ ਜੱਗੀ ਅਨੁਸਾਰ ਸਫਲ ਪਾਤਰ ਚਿੱਤਰਨ ਉਸਾਰੀ ਲਈ ਲੇਖਕ ਨੂੰ ਮਨੁੱਖੀ ਸੁਭਾਅ ਦੀ ਡੂੰਘੀ ਜਾਣਕਾਰੀ ਹੋਣੀ ਚਾਹੀਦੀ, ਕਿਉਂਕਿ ਲੇਖਕ ਇੱਕ ਵਿਅਕਤੀ ਹੋਣ ਦੇ ਨਾਲ ਨਾਲ ਇੱਕ ਮਨੋਵਿਗਿਆਨਕ ਵੀ ਆ, ਜਿਸ ਨੇ ਸਮਾਜ ਦੀ ਹਰ ਉਸ ਨਬਜ਼ ਨੂੰ ਫੜਨਾ ਹੈ ਜਿਸ ਬਾਰੇ ਉਸਨੇ ਸਮਾਜ ਨੂੰ ਕੋਈ ਸਹੀ ਦਿਸ਼ਾ ਦੇਣੀ ਹੈ। ਅਤੇ ਅੰਤ 'ਚ ਆਪਾਂ ਕਹਿ ਸਕਦੇ ਹਾਂ ਵੀ ਇਹ ਜਿਹੜੇ ਪਾਤਰ ਆ, ਮਨੁੱਖੀ ਸੁਭਾਅ ਦੀ ਡੂੰਘੀ ਜਾਣਕਾਰੀ ਲੇਖਕ ਨੂੰ ਹੋਵੇ, ਮਨੁੱਖ ਦੇ ਵਿਚਾਰਾਂ, ਭਾਵਨਾਵਾਂ ਅਤੇ ਮਨ ਦੀ ਸਥਿਤੀ ਦੀ ਪੂਰੀ ਜਾਣਕਾਰੀ ਹੀ ਲੇਖਕ ਨੂੰ ਸਫਲ
ਲੇਖਕ ਅਤੇ ਪਾਤਰਾਂ ਨੂੰ ਸਫਲ ਪਾਤਰ ਬਣਾ ਸਕਦੀ ਹੈ। ਇਸ ਲਈ ਸਟੂਡੈਂਟਸ ਜਿਹੜੀ ਪਾਤਰ ਉਸਾਰੀ ਵਾਲਾ ਪ੍ਰਸ਼ਨ ਹੈ 10 ਨੰਬਰ ਦਾ ਪੇਪਰ 'ਚ ਆ ਸਕਦਾ ਹੈ। ਤਾਂ ਤੁਸੀਂ ਇਸ ਦੇ ਵਿਸ਼ੇ 'ਤੇ ਗੱਲ ਕਰਦੇ ਵੇਲੇ ਇਹ ਧਿਆਨ ਰੱਖੋ ਕਿ ਪਾਤਰ ਉਸਾਰੀ ਦਾ ਜਿਹੜਾ ਸਾਰਾ ਸੰਕਲਪ ਆ ਉਹ ਚੰਗੇ ਢੰਗ ਨਾਲ ਆਪਾਂ ਸਪਸ਼ਟ ਕਰਨਾ, ਤਾਂ ਕਿ ਜੋ ਸਾਡਾ ਇਹ ਮਕਸਦ ਆ ਕਿ ਅਸੀਂ ਲੇਖਕ ਦਾ ਮਕਸਦ ਵੀ ਸਪਸ਼ਟ ਹੋਏ ਕਿ ਉਹਨੇ ਪਾਤਰ ਕਿਉਂ ਚੁਣਿਆ, ਅਤੇ ਐਗਜ਼ਾਮੀਨੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਸਾਡਾ ਮਕਸਦ ਵੀ ਸਪਸ਼ਟ ਹੋਏ ਕਿ ਅਸੀਂ ਇਸ ਪ੍ਰਸ਼ਨ ਦੇ ਉੱਤਰ ਸਮੇਂ 10 ਨੰਬਰਾਂ ਦੀ ਜਿਹੜੀ ਮੰਗ ਦੇ ਅਨੁਸਾਰ ਇਹਨੂੰ ਲਿਖਣਾ ਆ, ਅਤੇ ਪੂਰੇ ਜਿਹੜੇ ਸਮੁੱਚੀ ਜੋ ਜਾਣਕਾਰੀ ਆ ਉਹ ਵੀ ਸਪਸ਼ਟ ਢੰਗ ਨਾਲ